ਕਵੀ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਪਿੰਡ ਰਾਏਸਰ, ਜ਼ਿਲ੍ਹਾ ਬਰਨਾਲਾ ਵਿਖੇ ਮਾਤਾ ਧਨ ਕੌਰ ਅਤੇ ਪਿਤਾ ਮਿਹਰ ਸਿੰਘ ਦੇ ਘਰ ਹੋਇਆ। ਸੰਤ ਰਾਮ ਉਦਾਸੀ ਦੇ ਜਨਮ ਵੇਲੇ ਦਲਿਤ ਲੋਕ ਸਿਰਫ ਮਜ਼ਦੂਰੀ ਕਰਕੇ ਹੀ ਗੁਜ਼ਾਰਾ ਕਰਿਆ ਕਰਦੇ ਸਨ। ਪੜ੍ਹਾਈ ਲਈ ਇਹਨਾਂ ਬਾਰੇ ਕਦੀ ਸੋਚਿਆ ਵੀ ਨਹੀਂ ਜਾਂਦਾ ਸੀ। ਇਸ ਕਰਕੇ ਗੁਰਬਤ ਵਿੱਚ ਹੀ ਉਦਾਸੀ ਦਾ ਬਚਪਨ ਗੁਜ਼ਰਿਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਰਕਾਰ ਵੱਲੋਂ ਪੜ੍ਹਾਈ ਵੱਲ ਧਿਆਨ ਦਿੱਤਾ ਜਾਣ ਲੱਗਿਆ। ਇਸ ਕਰਕੇ ਸੰਤ ਰਾਮ ਉਦਾਸੀ ਨੂੰ ਪੜ੍ਹਨ ਦਾ ਮੌਕਾ ਮਿਲਿਆ। ਭਾਵੇਂ ਸੰਤ ਰਾਮ ਉਦਾਸੀ ਦਾ ਪਰਿਵਾਰ ਆਰਥਿਕ ਤੰਗੀ ਦੇ ਵਿੱਚੋਂ ਗੁਜ਼ਰ ਰਿਹਾ ਸੀ, ਪਰ ਫਿਰ ਵੀ ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ। ਮੁੱਢਲੀ ਵਿੱਦਿਆ ਆਪਣੇ ਪਿੰਡ ਰਾਏਸਰ ਤੋਂ ਅਤੇ 10ਵੀਂ ਅਤੇ JBT ਪਿੰਡ ਬਖਤਗੜ੍ਹ ਤੋਂ ਪਾਸ ਕੀਤੀ। ਫਿਰ ਸਰਕਾਰੀ ਸਕੂਲ ਬੇਲੇ ਅਧਿਆਪਕ ਲੱਗ ਗਿਆ। ਉਦਾਸੀ ਨੂੰ ਜਾਤੀ ਵਿਤਕਰਾ ਆਪ ਦੇ ਪਿੰਡੇ ਤੇ ਹੰਡਾਉਣਾ ਪਿਆ ਅਤੇ ਕਮੀਆਂ ਨੂੰ ਕੰਮ ਕਰਦੇ ਬੜੇ ਧਿਆਨ ਨਾਲ ਵੇਖਦਿਆਂ ਕਲਮ ਚੁੱਕਣੀ ਪਈ। ਉਦਾਸੀ ਦਾ ਪੜਦਾਦਾ ਕਾਲਾ ਸਿੰਘ ਬਹੁਤ ਵਧੀਆ ਗਵਈਆ ਸੀ। ਇਸ ਕਰਕੇ ਉਦਾਸੀ ਨੂੰ ਹੇਕ ਲਾਉਣ ਦੀ ਦਾਤ ਅਤੇ ਦਿਲ ਕੀਲਣ ਵਾਲੀ ਆਵਾਜ਼ ਵਿਰਸੇ ਵਿੱਚੋਂ ਹੀ ਮਿਲ ਗਈ ਸੀ। ਉਦਾਸੀ ਦਾ ਪਰਿਵਾਰ ਨਾਮਧਾਰੀ ਸੀ। ਇਸ ਕਰਕੇ ਉਸ ਦੀਆਂ ਪਹਿਲੀਆਂ ਕਵਿਤਾਵਾਂ ਨਿਰੋਲ ਧਾਰਮਿਕ ਜਾਂ ਨਾਮਧਾਰੀਆਂ ਨਾਲ ਸੰਬੰਧਿਤ ਸਨ। ਫਿਰ ਉਸਨੇ ਦੇਸ਼ ਭਗਤੀ ਦੇ ਗੀਤ ਲਿਖੇ। ਸੰਤ ਰਾਮ ਉਦਾਸੀ 1960-61 ਵਿੱਚ ਲੋਕ ਰੰਗ ਦੇ ਸਾਹਿਤ ਗੀਤ ਰੇਡੀਓ ਸਟੇਸ਼ਨ ਤੇ ਵੀ ਗਾ ਕੇ ਆਇਆ ਸੀ। 1964 ਤੋਂ 1968 ਤੱਕ ਉਸਨੇ ਮਾਰਕਸ, ਇੰਗਲਸ, ਲੈਲਿਨ, ਗੋਰਕੀ, ਯੂਲੀਅਸ, ਫਿਊਚਕ, ਲੂਸਨ, ਸੋਲੋਖੋਵ, ਤੁਰਗਨੇਵ ਅਤੇ ਤਾਲਸਤਾਈ ਆਦਿ ਲੇਖਕਾਂ ਦੀਆਂ ਕਿਤਾਬਾਂ ਦਾ ਅਧਿਐਨ ਕੀਤਾ ਅਤੇ ਉਹਨਾਂ ਨੂੰ ਵਿਗਿਆਨਿਕ ਢੰਗ ਨਾਲ ਘੋਖਿਆ। ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੇ ਲੋਕਾਂ ਵਿੱਚ ਨਵੀਂ ਰੂਹ ਭਰ ਦਿੱਤੀ। ਜਦੋਂ ਪੰਜਾਬ ਵਿੱਚ ਨਕਸਲਬਾੜੀ ਲਹਿਰ ਸ਼ੁਰੂ ਹੋਈ ਤਾਂ ਉਦਾਸੀ ਉਸ ਦੇ ਵਿੱਚ ਸ਼ਾਮਲ ਹੋ ਗਿਆ। ਉਹ ਇਨਕਲਾਬੀ ਗੀਤ ਗਾਉਣ ਲੱਗ ਪਿਆ। ਉਸਦੇ ਗੀਤਾਂ ਨੂੰ ਲੋਕ ਸੁਣ ਕੇ ਜਾਗਰਿਤ ਹੋ ਰਹੇ ਸਨ। 13 ਅਗਸਤ 1971 ਨੂੰ ਸਾਹਿਤ ਸਭਾ ਨਕੋਦਰ ਵੱਲੋਂ ਪੰਜਾਬ ਪੱਧਰ ਦਾ ਕਵੀ ਦਰਬਾਰ ਕਰਾਇਆ ਗਿਆ। ਉਸ ਵਿੱਚ ਸੰਤ ਰਾਮ ਉਦਾਸੀ ਪੰਜਾਬ ਪੱਧਰ ਦੇ ਕਵੀ ਵਜੋਂ ਉੱਭਰ ਕੇ ਸਾਹਮਣੇ ਆਇਆ। ਉਦਾਸੀ ਦੀ ਜ਼ਿੰਦਗੀ ਭਾਵੇਂ ਗਰੀਬੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਸੀ, ਪਰ ਉਹ ਦਿਲ ਦਾ ਬੜਾ ਅਮੀਰ ਬੰਦਾ ਸੀ। ਉਸ ਦੇ ਮਿੱਤਰਾਂ ਦੇ ਮੁਤਾਬਿਕ ਇੱਕ ਵਾਰ ਸੰਤ ਰਾਮ ਉਦਾਸੀ ਨੂੰ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਾਬਾ ਬਲਵੰਤ ਐਵਾਰਡ ਦਿੱਤਾ ਗਿਆ। ਹਾਲ ਵਿੱਚ ਤਿਲ ਸੁੱਟਣ ਲਈ ਜਗ੍ਹਾ ਨਹੀਂ ਸੀ। ਵਿਦਵਾਨਾਂ ਨੇ ਉਦਾਸੀ ਦੇ ਗੀਤਾਂ ਅਤੇ ਉਸਦੇ ਸੰਗਰਾਮੀ ਜੀਵਨ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਉਦਾਸੀ ਇਸ ਪ੍ਰਸ਼ੰਸਾ ਤੋਂ ਨਿਰਲੇਪ ਸਟੇਜ ਤੇ ਬੈਠਾ ਸੀ। ਉਹਦੇ ਹੱਥ ਵਿੱਚ ਬੈਗ ਸੀ। ਸਿਰਫ ਮੈਨੂੰ ਹੀ ਪਤਾ ਸੀ ਕਿ ਉਸਦੇ ਬੈਗ ਵਿੱਚ ਹੋਰ ਕੁਝ ਨਹੀਂ, ਬਸ ਇੱਕ ਦਾਤੀ ਤੇ ਇੱਕ ਭੱਲੀ ਸੀ। ਉਸਨੇ ਵਾਪਸੀ ਤੇ ਪਿੰਡ ਨੇੜਿਓਂ ਮੱਝ ਵਾਸਤੇ ਪੱਠੇ ਲੈ ਕੇ ਜਾਣੇ ਸੀ। ਉਸਨੂੰ ਅਵਾਰਡ ਵਿੱਚ 2100 ਰੁਪਏ, ਸ਼ਾਲ ਅਤੇ ਮੈਮੈਂਟੋ ਮਿਲਿਆ। ਉਦਾਸੀ ਨੇ ਪੈਸਿਆਂ ਵਾਲਾ ਲਿਫਾਫਾ ਜੇਬ ਵਿੱਚ ਪਾ ਲਿਆ। ਮੁੜਨ ਵੇਲੇ ਉਹਨੇ ਲਿਫਾਫੇ ਵਿੱਚੋਂ 100 ਦਾ ਨੋਟ ਕੱਢ ਕੇ ਮੈਨੂੰ ਦੇ ਕੇ ਕਿਹਾ, ਤੇਰੇ ਬੂਟ ਟੁੱਟੇ ਪਏ ਹੋਏ ਨੇ, ਨਵੇਂ ਬੂਟ ਲੈ ਆਵੀਂ। 1967 ਵਿੱਚ ਜਦ ਨਕਸਲਵਾੜੀ ਲਹਿਰ ਸ਼ੁਰੂ ਹੋਈ ਤਾਂ ਸੰਤ ਰਾਮ ਉਦਾਸੀ ਉਸ ਤੋਂ ਪ੍ਰਭਾਵਿਤ ਹੋ ਗਿਆ। ਉਦਾਸੀ ਨੇ ਕਵਿਤਾਵਾਂ ਲਿਖ ਕੇ ਸਟੇਜ ਤੇ ਗਾਉਣੀਆਂ ਸ਼ੁਰੂ ਕਰ ਦਿੱਤੀਆਂ। ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਹਕੂਮਤ ਨੂੰ ਬੰਗਾਰਨ ਵਾਲੀਆਂ ਸਨ, ਜਿਹੜੀਆਂ ਸਰਕਾਰ ਨੂੰ ਹਜ਼ਮ ਨਹੀਂ ਸਨ ਹੋ ਰਹੀਆਂ। ਇਸੇ ਕਰਕੇ ਪੁਲਿਸ ਨੇ ਉਦਾਸੀ ਨੂੰ ਪਹਿਲਾਂ 1969-70 ਤੇ ਫਿਰ 11/1/1971 ਨੂੰ ਬਹਾਦਰ ਸਿੰਘ ਵਾਲੇ ਦਾ ਸਪੈਸ਼ਲ ਸਟਾਫ ਚੁੱਕ ਕੇ ਲੱਡਾ ਕੋਠੀ ਸੰਗਰੂਰ ਲੈ ਗਏ। ਉੱਥੇ ਉਦਾਸੀ ਤੇ ਸਰੀਰਕ ਤਸ਼ੱਦਦ ਵੀ ਢਾਇਆ। ਕਈ ਦਿਨਾਂ ਦੀ ਕੁੱਟਮਾਰ ਤੋਂ ਬਾਅਦ ਸਰੀਰ ਵਿੱਚ ਇੰਨੀ ਕਮਜ਼ੋਰੀ ਪੈ ਗਈ ਕਿ ਉਦਾਸੀ ਤੋਂ ਖੜਾ ਨਹੀਂ ਹੋ ਹੁੰਦਾ ਸੀ। ਇਸ ਤੋਂ ਬਾਅਦ ਉਦਾਸੀ ਦੇ ਹੱਡ ਪੈਰ ਦੁਖਣ ਲੱਗ ਪਏ। 1975 ਵਿੱਚ ਐਮਰਜੈਂਸੀ ਲੱਗ ਗਈ। ਫਿਰ ਵੀ ਹਕੂਮਤ ਨੇ ਉਦਾਸੀ ਦਾ ਖਹਿੜਾ ਨਾ ਛੱਡਿਆ। ਘਰ ਤੋਂ ਚੁੱਕ ਲੈਂਦੀ, ਤਸ਼ੱਦਦ ਕਰਦੀ। ਇਸ ਕਰਕੇ ਉਦਾਸੀ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਿਆ। ਉਦਾਸੀ ਦਾ ਪਰਿਵਾਰ ਵੀ ਭਾਰਾ ਸੀ। ਇਕੱਲੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੀ ਚੱਲਦਾ ਸੀ। ਇਸ ਫਿਕਰ ਨੇ ਵੀ ਉਦਾਸੀ ਦੇ ਮਾਨਸਿਕ ਤਣਾਅ ਦੇ ਵਿੱਚ ਵਾਧਾ ਕਰ ਦਿੱਤਾ। 1979 ਵਿੱਚ ਸੰਤ ਰਾਮ ਉਦਾਸੀ ਇੰਡੀਅਨ ਪੀਪਲ ਐਸੋਸੀਏਸ਼ਨ ਇਨ ਨਾਰਥ ਅਮਰੀਕਾ ਦੇ ਸੱਦੇ ਤੇ ਕੈਨੇਡਾ ਗਿਆ। ਇਸ ਫੇਰੀ ਦੌਰਾਨ ਉਦਾਸੀ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਪਣੇ ਪ੍ਰੋਗਰਾਮ ਕੀਤੇ। ਇਪਾਨਾ ਨੇ ਸੰਤ ਰਾਮ ਉਦਾਸੀ ਦੇ ਗੀਤਾਂ ਦਾ ਇੱਕ ਰਿਕਾਰਡ ਤਿਆਰ ਕਰਵਾਇਆ ਤੇ ਉਸ ਦਾ ਨਾਂ ਰੱਖਿਆ ਸੰਤ ਰਾਮ ਉਦਾਸੀ ਦੇ ਗੀਤ। ਉਦਾਸੀ ਨੇ ਮਜ਼ਦੂਰਾਂ ਅਤੇ ਕਾਮਿਆਂ ਦੇ ਦੁੱਖ ਨੂੰ ਅਣਗਿਣਤ ਕਵਿਤਾਵਾਂ ਵਿੱਚ ਖੁੱਲ੍ਹ ਕੇ ਬਿਆਨ ਕੀਤਾ। ਸੰਤ ਰਾਮ ਉਦਾਸੀ
ਕਮੀਆਂ ਦੇ ਵਿਹੜੇ ਦੀ ਗੱਲ ਕਰਦਾ ਹੋਇਆ ਸੂਰਜ ਨੂੰ ਕਹਿੰਦਾ, ਤੂੰ ਕਮੀਆਂ ਦੇ ਵਿਹੜੇ ਸਦਾ ਮਗਦਾ ਹੋਇਆ ਸੰਘਰਸ਼ ਅਤੇ ਇਨਕਲਾਬੀ ਦਾ ਸੁਨੇਹਾ ਦਿੰਦਾ ਰਹੀ। ਇਹ ਉਦਾਸੀ ਦੀ ਹਰਮਨ ਪਿਆਰੀ ਰਚਨਾ ਸੀ। ਇਸ ਰਚਨਾ ਨੂੰ ਉਹ ਉੱਚੀ ਹੇਕ ਲਾ ਕੇ ਸਟੇਜ ਤੇ ਗਾਉਂਦਾ ਹੁੰਦਾ ਸੀ। ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਗੀਆਂ ਨੂੰ, ਅੱਖਾਂ ਸੁੰਨੀਆਂ ਤੇ ਦੰਦ ਕਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਉਦਾਸੀ ਨੇ ਰੱਬ ਤੇ ਗਿਲਾ ਕਰਦਿਆਂ ਕਿਰਤੀਆਂ ਅਤੇ ਰਾਜਿਆਂ ਦੇ ਫਰਕ ਨੂੰ ਬਿਆਨ ਕਰਦਿਆਂ ਲਿਖਿਆ, ਰੋਣ ਵਾਲਿਓ ਲੋਥ ਮੇਰੀ ਤੇ ਬੰਨੋ ਕੁਝ ਤਲਵਾਰਾਂ, ਜਿਸ ਦੇ ਵਰਤੋਂ ਰਾਜੇ ਜੰਮਦੇ ਉਸ ਰੱਬ ਨੂੰ ਲਲਕਾਰਾਂ। ਦਾਜ ਦੀ ਬਲੀ ਚੜਨ ਵਾਲੀਆਂ ਧੀਆਂ ਦਾ ਦੁੱਖ ਵੀ ਉਦਾਸੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬਿਆਨ ਕੀਤਾ। ਇੱਕ ਤਲਵਾਰ ਮੇਰੀ ਡੋਲੀ ਵਿੱਚ ਰੱਖ ਦਿਓ, ਹੋਰ ਵੀਰੇ ਦਿਓ ਨਾ ਵੇ ਦਾਜ। ਇੱਕ ਗੀਤ ਵਿੱਚ ਚੂੜੀਆਂ ਵੇਚਣ ਵਾਲੇ ਬੰਜਾਰੇ ਨੂੰ ਕਿਹਾ, ਇੱਥੇ ਚੂੜੀਆਂ ਦਾ ਹੋਕਾ ਨਾ ਦੇਵੀਂ, ਇੱਥੇ ਸਾਰੇ ਹੀ ਦੁਖੀ ਹਨ। ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਸਾਡੇ ਪਿੰਡ 'ਚ ਸੌਣ 'ਚ ਵੀ ਸੋਕਾ, ਸੋਕਾ ਵੇ ਵੀਰਾ ਬਣ ਜਾ ਰਿਹਾ। ਸੰਤ ਰਾਮ ਉਦਾਸੀ ਸਮੇਂ ਦੇ ਨਾਲ ਗਲਤ ਵਰਤਾਰਾ ਕਰਨ ਵਾਲਿਆਂ ਨੂੰ ਫਟਕਾਰ ਪਾ ਦਿੰਦਾ ਸੀ। ਇਸ ਤਰ੍ਹਾਂ ਹੀ ਲੋਕਾਂ ਨੂੰ ਲੀਡਰਾਂ ਤੋਂ ਬਚਣ ਲਈ ਵੀ ਆਖਦਾ, ਲੋਕੋ ਬਾਜ ਆ ਜਾਵੋ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ, ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨੇ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਜਾਣਾ। ਸੰਤ ਰਾਮ ਉਦਾਸੀ ਦੀ ਲਹੂ ਭਿੱਜੇ ਬੋਲ, ਚੌਂ ਨੁਕਰੀਆਂ ਸਿੱਖਾਂ, ਸੈਨਤਾ ਆਦਿ ਕਾਵ ਸੰਗ੍ਰਹਿ ਉਹ ਆਪ ਛਪਵਾ ਗਿਆ ਸੀ ਅਤੇ ਲਿਖਾਰੀ ਸਭਾ ਬਰਨਾਲਾ ਨੇ ਕਮੀਆਂ ਦਾ ਵਿਹੜਾ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਟਰਸਟ ਨੇ ਦਿੱਲੀ ਏਦਿਆਲਾ ਵਿਖੇ ਉਸਦੀ ਪਹਿਲੀ ਬਰਸੀ ਤੇ ਉਸਦੇ ਪਿੰਡ ਰਾਏਸਰ ਵਿਖੇ 2 ਕਿਤਾਬਾਂ ਰਿਲੀਜ਼ ਕੀਤੀਆਂ। ਰੇਲ ਗੱਡੀ ਵਿੱਚ ਉਦਾਸੀ ਦੀ ਮੌਤ ਹੋਣ ਦੇ ਨਾਲ ਲੇਖਕ ਤੇ ਪੁਲਿਸ ਨੂੰ ਉਦਾਸੀ ਦੀ ਜਾਣ ਪਛਾਣ ਕਰਵਾਈ। ਫਿਰ ਉਦਾਸੀ ਦੇ ਸਰੀਰ ਨੂੰ ਮਨਵਾੜ ਦੇ ਸਿੱਖਾਂ ਨੇ ਸੰਭਾਲ ਲਿਆ। ਘਰ 3 ਦਿਨਾਂ ਬਾਅਦ ਖਬਰ ਮਿਲੀ ਕਿ ਉਦਾਸੀ ਦੇ 2 ਰਿਸ਼ਤੇਦਾਰ ਮਨਵਾੜ ਪਹੁੰਚ ਗਏ। ਉੱਥੇ ਗੋਦਾਵਰੀ ਨਦੀ ਵਿੱਚ ਪੁਲ ਪਾ ਕੇ ਆਉਂਦੇ ਹੋਏ ਸੰਤ ਰਾਮ ਉਦਾਸੀ ਦੀ ਨਿਸ਼ਾਨੀ ਬੈਗ ਲੈ ਆਏ। ਉਦਾਸੀ ਆਪਣੀ ਵਸੀਅਤ ਕਵਿਤਾ ਰਾਹੀਂ ਸਰੀਰ ਦੀ ਵਸੀਅਤ ਇਸ ਤਰ੍ਹਾਂ ਲਿਖ ਗਿਆ ਸੀ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ, ਮੇਰੀ ਵੀ ਜ਼ਿੰਦਗੀ ਕੀ ਬਸ ਬੂੜ ਸਰਕੜੇ ਦਾ, ਰੋਣਾ ਨਹੀਂ ਚਾਹੁੰਦਾ ਸੜਕੇ ਸੁਆ ਇਕੇਰਾ, ਜਦ ਜਦ ਟਲੇਗਾ ਸੂਰਜ ਕਣ ਕਣ ਮੇਰਾ ਜਲਾਇਓ, ਜ਼ਿੰਦਗੀ ਦਾ ਆਖਰੀ ਸਫ਼ਰ। 3 ਨਵੰਬਰ 1986 ਨੂੰ ਹਜੂਰ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਵੀ ਦਰਬਾਰ ਰੱਖਿਆ ਗਿਆ। ਉਸ ਵਿੱਚ ਉਦਾਸੀ ਨੂੰ ਵੀ ਬੁਲਾਇਆ ਗਿਆ। ਵਾਪਸੀ ਤੇ ਜਦ ਉਦਾਸੀ ਆਉਣ ਲੱਗਾ ਤਾਂ ਇਸ ਦਾ ਇੱਕ ਹੋਰ ਲੇਖਕ ਨਾਲ ਮੇਲ ਹੋ ਗਿਆ। ਲੇਖਕ ਰੇਲ ਗੱਡੀ ਦੀ ਸੀਟ ਤੇ ਬੈਠ ਗਿਆ, ਪਰ ਸੰਤ ਰਾਮ ਉਦਾਸੀ ਥੋੜੇ ਚਿਰ ਬਾਅਦ ਉੱਪਰਲੀ ਸੀਟ ਤੇ ਸੌਂ ਗਿਆ। ਮਨਵਾੜ ਆ ਕੇ ਜਦ ਲੇਖਕ ਨੇ ਉਦਾਸੀ ਨੂੰ ਉਠਾਇਆ ਤਾਂ 6 ਨਵੰਬਰ 1986 ਨੂੰ 47 ਸਾਲ ਦੀ ਉਮਰ ਵਿੱਚ ਉਦਾਸੀ ਇਸ ਦੁਨੀਆ ਤੋਂ ਜਾ ਚੁੱਕਿਆ ਸੀ।